ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ, ਧੰਨ ਬਾਬਾ ਜੀ ਨਾਨਕ ਦੇਵ, ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ। ਨਿੱਕੇ ਘੁੰਮਣਾ ਵਾਲੇ। ਸਾਖੀ ਅਟਲ ਬੋਲ। ਇੱਕ ਵਾਰਾਂ ਦੀ ਗੱਲ ਹੈ, ਬਾਬਾ ਜੀ ਕੋਲ ਇੱਕ ਸ਼ਰਧਾਲੂ ਆਇਆ। ਇਹ ਸ਼ਰਧਾਲੂ ਸਿੱਖ ਸ੍ਰੀ ਦੇਸ ਰਾਜ ਕਹਿਲੇ ਕਲਾਂ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਸੀ। ਕੁਝ ਦਿਨ ਪਹਿਲਾਂ ਇਸ ਸਿੱਖ ਦੀ ਬਦਲੀ ਧਾਰੀਵਾਲ ਤੋਂ ਮੋਗੇ ਹੋ ਗਈ ਸੀ ਤੇ ਮੋਗੇ ਹਸਪਤਾਲ ਤੋਂ ਇਸ ਨੂੰ ਇੱਕ ਪਛੜੇ ਜਿਹੇ ਪਿੰਡ ਦੀ ਡਿਸਪੈਂਸਰੀ ਵਿੱਚ ਲਗਾ ਦਿੱਤਾ ਗਿਆ ਸੀ। ਬਦਲੀ ਹੋਣ ਨਾਲ ਸੇਵਕ ਦਾ ਮਨ ਬੜਾ ਦੁੱਖ ਹੋਇਆ। ਘਰ ਤੋਂ ਬਹੁਤ ਦੂਰ ਸੀ। ਛੋਟੇ ਛੋਟੇ ਬੱਚੇ ਤੇ ਉਹਨਾਂ ਦੀ ਦੇਖਭਾਲ ਵੀ ਇਸੇ ਸਿੱਖ ਨੇ ਹੀ ਕਰਨੀ ਹੁੰਦੀ ਸੀ। ਜੇਕਰ ਹਫ਼ਤੇ ਪਿੱਛੋਂ ਵੀ ਘਰ ਆਉਂਦਾ ਤਾਂ ਆਉਣ ਜਾਣ ਵਿੱਚ ਕਾਫੀ ਕਿਰਾਇਆ ਲੱਗ ਜਾਂਦਾ ਤੇ ਇਸ ਦੇ ਇਲਾਵਾ ਉਹ ਕੇਵਲ ਰਾਤ ਹੀ ਘਰ ਠਹਿਰ ਸਕਦਾ, ਕਿਉਂਕਿ ਇੱਕ ਪੂਰਾ ਦਿਨ ਆਉਣ ਤੇ ਇੱਕ ਦਿਨ ਮੋਗੇ ਜਾਣ ਲਈ ਬੱਸ ਵਿੱਚ ਹੀ ਬਤੀਤ ਹੋ ਜਾਂਦਾ ਸੀ। ਘਰ ਵਿੱਚ ਆਰਥਿਕ ਤੰਗੀ ਸੀ। ਇਹ ਸ਼ਰਧਾਲੂ ਕਾਫੀ ਦੁਖੀ ਹੋ ਗਿਆ ਤੇ ਇੱਕ ਦਿਨ ਬਾਬਾ ਜੀ ਦੇ ਡੇਰੇ ਆ ਕੇ ਇਸ ਨੇ ਬਾਬਾ ਜੀ ਅੱਗੇ ਫਰਿਆਦ ਕੀਤੀ, ਬਾਬਾ ਜੀ ਬਦਲੀ ਬਹੁਤ ਦੂਰ ਹੋ ਗਈ ਹੈ ਤੇ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ। ਤਾਂ ਬਾਬਾ ਜੀ ਨੇ ਬਚਨ ਕੀਤਾ, ਕੋਈ ਗੱਲ ਨਹੀਂ, ਮਲੇਰੀਏ ਦੀਆਂ ਗੋਲੀਆਂ ਹੀ ਵੰਡਣੀਆਂ ਨੇ, ਇੱਥੇ ਹੀ ਵੰਡ ਦਿਆ ਕਰੋ। ਨੌਕਰੀ ਤਾਂ ਇੱਥੇ ਲਾਗੇ ਚਾਗੇ ਹੀ ਕਰਨੀ ਹੈ, 6 ਮਹੀਨੇ ਉੱਥੋਂ ਦਾ ਵੀ ਜਲ ਪਾਣੀ ਪੀ ਆਓ। ਇਹ ਸਿੱਖ ਬਾਬਾ ਜੀ ਦਾ ਹੁਕਮ ਸੱਤ ਕਰਕੇ ਮੰਨਦਾ ਹੋਇਆ ਲਗਭਗ 1 ਮਹੀਨਾ ਮੋਗੇ ਆਪਣੀ ਡਿਊਟੀ ਉੱਤੇ ਨਾ ਗਿਆ। ਉਧਰ ਮੋਗੇ ਦੇ ਇਲਾਕੇ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ। ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਜ਼ਿਲ੍ਹਾ ਲੈਵਲ ਦੇ ਸਭ ਤੋਂ ਵੱਡੇ ਡਾਕਟਰ ਤੇ ਚੰਡੀਗੜ੍ਹ ਤੋਂ ਡਾਇਰੈਕਟਰ ਸਾਹਿਬ ਆਪ ਵੀ ਉਸ ਇਲਾਕੇ ਵਿੱਚ ਲਗਭਗ 8 ਦਿਨ ਡੇਰੇ ਲਾਈ ਬੈਠੇ ਰਹੇ। ਜਿਸ ਹਲਕੇ ਵਿੱਚ ਇਸ ਸਿੱਖ ਦੀ ਡਿਊਟੀ ਲੱਗੀ ਸੀ, ਉਸ ਹਲਕੇ ਵਿੱਚ ਵੀ ਹੈਜੇ ਦਾ ਕਾਫੀ ਜ਼ੋਰ ਸੀ ਤੇ ਸਾਰੇ ਸਿਹਤ ਕਰਮਚਾਰੀ ਦਿਨ ਰਾਤ ਡਿਊਟੀ ਦੇ ਰਹੇ ਸਨ। ਕਿਸੇ ਨੂੰ ਛੁੱਟੀ ਨਹੀਂ ਸੀ ਮਿਲਦੀ। ਲਗਭਗ ਪੂਰੇ ਮਹੀਨੇ ਪਿੱਛੋਂ ਵਾਹਿਗੁਰੂ ਜੀ ਲਗਭਗ ਪੂਰੇ ਮਹੀਨੇ ਪਿੱਛੋਂ ਇਹ ਸਿੱਖ ਤਨਖਾਹ ਲੈਣ ਲਈ ਤੇ ਹੋਰ ਕੰਮਕਾਰ ਦਾ ਪਤਾ ਕਰਨ ਲਈ ਉੱਥੇ ਗਿਆ। ਇਸ ਨੇ ਚੁੱਪਚਾਪ ਜਾ ਕੇ ਤਨਖਾਹ ਲੈ ਲਈ। ਕਿਸੇ ਨੂੰ ਵੀ ਇਸ ਸਿੱਖ ਦੀ ਗੈਰ ਹਾਜ਼ਰੀ ਬਾਰੇ ਖਿਆਲ ਨਹੀਂ ਸੀ। ਵੱਡੇ ਅਫਸਰ ਸਾਹਿਬ ਨੂੰ ਵੀ ਇਹ ਸਿੱਖ ਮਿਲਿਆ। ਉਸ ਨੇ ਵੀ ਉਸ ਦੀ ਗੈਰ ਹਾਜ਼ਰੀ ਬਾਰੇ ਕੋਈ ਗੱਲ ਤੱਕ ਵੀ ਨਾ ਕੀਤੀ, ਭਾਵ ਕਿ ਇਸ ਦੀ ਪੁੱਛ ਪੜਤਾਲ ਕੋਈ ਨਾ ਹੋਈ। ਇਸ ਦਾ ਇੱਕ ਹੋਰ ਸਾਥੀ ਸੀ, ਉਹ ਇਸ ਸਿੱਖ ਨਾਲ ਕੁਝ ਖਾਰ ਖਾਂਦਾ ਸੀ ਤੇ ਉਹ ਇਸ ਸਿੱਖ ਦੀ ਗੈਰ ਹਾਜ਼ਰੀ ਬਾਰੇ ਬੜੇ ਜ਼ੋਰ ਨਾਲ ਪ੍ਰਚਾਰ ਕਰ ਰਿਹਾ ਸੀ। 5-4 ਹੋਰ ਸਾਥੀਆਂ ਨੂੰ ਨਾਲ ਲੈ ਕੇ ਉਸਨੇ ਇਸ ਸਿੱਖ ਦੀ ਸ਼ਿਕਾਇਤ ਲਿਖ ਕੇ ਚੰਡੀਗੜ੍ਹ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤੀ। ਹੁਣ ਇਸ ਸਿੱਖ ਨੂੰ ਫਿਕਰ ਲੱਗ ਗਿਆ ਕਿ ਪਤਾ ਨਹੀਂ ਕੀ ਬਣੇਗਾ। 6 ਮਹੀਨੇ ਬੀਤ ਗਏ, ਉਸ ਦੀ ਕੋਈ ਵੀ ਪੁੱਛ ਪੜਤਾਲ ਨਾ ਹੋਈ ਤੇ ਪੂਰੇ 6 ਮਹੀਨੇ ਹੀ ਬੀਤੇ ਗਏ ਸਨ ਕਿ ਬਾਬਾ ਜੀ ਦਾ ਬਚਨ ਸੱਤ ਹੋਇਆ। ਇਸ ਸਿੱਖ ਦੀ ਬਦਲੀ ਦੇ ਆਰਡਰ ਆ ਗਏ ਤੇ ਹੁਣ ਇਸ ਦੀ ਬਦਲੀ ਬਿਨਾਂ ਕਿਸੇ ਨੂੰ ਕਹੇ ਫਿਰ ਤੋਂ ਧਾਰੀਵਾਲ ਦੇ ਇਲਾਕੇ ਵਿੱਚ ਹੋ ਗਈ। ਪੂਰੇ ਸੰਤਾਂ ਦੇ ਮੁਖ ਵਿੱਚੋਂ ਨਿਕਲੇ ਬੋਲ ਕਦੇ ਵੀ ਵਿਅਰਥ ਨਹੀਂ ਜਾਂਦੇ। ਸਾਖੀ ਸੰਤ ਹਮਾਰਾ ਰਾਖਿਆ ਪੜਦਾ। ਭਾਈ ਬਲਵਿੰਦਰ ਸਿੰਘ, ਭਾਈ ਮੁਖਦੇਵ ਸਿੰਘ ਤੇ ਭਾਈ ਸੁਖਦੇਵ ਸਿੰਘ ਪਿੰਡ ਕੋਟਲਾ ਚਾਲ ਦੇ ਵਸਨੀਕ ਸਨ ਤੇ ਨਸ਼ਹਿਰਾ ਮੱਝਾ ਸਿੰਘ ਦੇ ਹਾਈ ਸਕੂਲ, ਜਿਹੜਾ ਹੁਣ ਸੀਨੀਅਰ ਸੈਕੰਡਰੀ ਸਕੂਲ ਹੈ, ਉਹਦੇ ਵਿੱਚ ਪੜ੍ਹਦੇ ਸਨ। 8 ਅਗਸਤ 1968 ਦੀ ਗੱਲ ਹੈ। ਸਕੂਲ ਵਿੱਚ ਅੱਧੀ ਛੁੱਟੀ ਦੀ ਘੰਟੀ ਵੱਜੀ। ਸਾਰੇ ਵਿਦਿਆਰਥੀ ਕਿਤਾਬਾਂ ਛੱਡ ਕੇ ਖਾਣਾ ਖਾਣ ਲਈ ਜਾਂ ਕੁਝ ਚਿਰ ਆਰਾਮ ਕਰਨ ਲਈ ਗਏ। ਉਕਤ 3 ਵਿਦਿਆਰਥੀਆਂ ਨੇ ਆਪੋ ਆਪਣੇ ਬਸਤੇ ਚੁੱਕੇ ਬਿਨਾਂ ਕਿਸੇ ਨੂੰ ਦੱਸੇ ਚੋਰੀ ਸਕੂਲ ਤੋਂ ਦੌੜ ਗਏ। ਰੇਲਵੇ ਸਟੇਸ਼ਨ ਸ਼ੀਨੇ ਲਾਗੇ ਆ ਕੇ ਦਮ ਲਿਆ। ਕੁਝ ਚਿਰ ਬੈਠੇ, ਨਲਕੇ ਤੋਂ ਪਾਣੀ ਪੀਤਾ। ਇਸ ਸਟੇਸ਼ਨ ਦੇ ਲਾਗੇ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲੇ ਆਟਾ ਚੱਕੀ ਦੇ ਲਾਗੇ ਇੱਕ ਟਾਹਲੀ ਦੀ ਛਾਂ ਹੇਠ ਬੈਠੇ ਹੋਏ ਸਨ। ਉਹਨਾਂ ਦੇ ਨਾਲ 8-10 ਵਿਅਕਤੀ ਹੋਰ ਵੀ ਬੈਠੇ ਹੋਏ ਸਨ। ਇਹਨਾਂ 3 ਵਿਦਿਆਰਥੀਆਂ ਦੀ ਨਜ਼ਰ ਉਧਰ ਨੂੰ ਪਈ ਤੇ ਉਸ ਪਾਸੇ ਨੂੰ ਚੱਲ ਪਏ। ਇੱਕ ਆਦਮੀ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਬਾਕੀ ਸਾਰੇ ਲਾਗੇ ਬੈਠੇ ਸੁਣ ਰਹੇ ਸਨ। ਇਹ ਪਾਠ ਇੰਨੀ ਸਹਿਜ ਅਵਸਥਾ ਵਿੱਚ ਨਿਖੇੜ ਕੇ ਹੋ ਰਿਹਾ ਸੀ ਕਿ ਗੁਰਬਾਣੀ ਦੇ ਇੱਕ ਅੱਖਰ ਦੀ ਸਮਝ ਆ ਰਹੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਇਹ ਪਾਠੀ ਸਿੰਘ ਭਾਈ ਦਿਆਲ ਸਿੰਘ ਘੁੰਮਣ ਕਲਾਂ ਵਾਲੇ ਸੀ।
ਉਸ ਨੂੰ ਬਾਬਾ ਜੀ ਦੀ ਪ੍ਰੇਰਨਾ ਸਦਕਾ ਇਹ ਪੂਰਾ ਪਾਠ ਜ਼ੁਬਾਨੀ ਤੌਰ ਤੇ ਹੀ ਯਾਦ ਸੀ। ਇਹ ਤਿੰਨੇ ਵਿਦਿਆਰਥੀ ਵੀ ਇਸੇ ਸਾਧ ਸੰਗਤ ਵਿੱਚ ਬੈਠ ਕੇ ਅਤੇ ਅਧਿਆਤਮਕ ਆਨੰਦ ਵਿੱਚ ਮਸਤ ਹੋ ਗਏ। ਹੌਲੀ ਹੌਲੀ ਇਸ ਸਾਧ ਸੰਗਤ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ। ਜਿਸ ਮਾਈ ਭਾਈ ਨੂੰ ਪਤਾ ਲੱਗਦਾ, ਉਹ ਕਾਲੀ ਕਾਲੀ ਇੱਧਰ ਨੂੰ ਚਲਿਆ ਆਉਂਦਾ ਤੇ ਨਮਸਕਾਰ ਕਰਕੇ ਗੁਰਫਤਿਹ ਬੁਲਾ ਕੇ ਸੰਗਤ ਵਿੱਚ ਬੈਠ ਜਾਂਦਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਉਪਰੰਤ ਬਾਬਾ ਜੀ ਨੇ ਸਭ ਮਾਈ ਭਾਈ ਨੂੰ ਆਪੋ ਆਪਣੇ ਕੰਮਾਂ ਕਾਰਾਂ ਘਰਾਂ ਨੂੰ ਜਾਣ ਲਈ ਕਿਹਾ। ਬਹੁਤ ਸਾਰੀ ਸੰਗਤ ਉੱਠ ਕੇ ਚਲੀ ਗਈ ਤੇ ਇਹ ਤਿੰਨੇ ਵਿਦਿਆਰਥੀ ਮਹਾਂਪੁਰਖਾਂ ਦੇ ਲਾਗੇ ਹੀ ਬੈਠੇ ਰਹੇ। ਬਾਬਾ ਜੀ ਨੇ ਇਹਨਾਂ ਵਿਦਿਆਰਥੀਆਂ ਨੂੰ ਕਿਹਾ, ਸਕੂਲੋਂ ਚੋਰੀ ਦੌੜ ਆਏ ਜੇ ਤੇ ਹੁਣ ਡਰਦੇ ਜੇ ਕਿ ਕੱਲ ਨੂੰ ਸਕੂਲ ਗਏ ਤਾਂ ਮਾਸਟਰ ਮਾਰੂਗਾ। ਤੁਹਾਨੂੰ ਮਾਸਟਰ ਨਹੀਂ ਮਾਰੂਗਾ। ਕੱਲ ਤੋਂ 4 ਛੁੱਟੀਆਂ ਪੈ ਜਾਣੀਆਂ ਹਨ। 5ਵੇਂ ਦਿਨ ਸਕੂਲ ਖੁੱਲ੍ਹੇਗਾ ਤੇ ਮਾਸਟਰ ਨੂੰ ਯਾਦ ਵੀ ਨਹੀਂ ਰਹਿਣਾ। ਜਾਓ, ਬੇਫਿਕਰ ਹੋ ਕੇ ਫਿਰੋ। ਮਾਸ ਨਾ ਖਾਇਆ ਕਰੋ, ਆਂਡੇ ਵੀ ਨਾ ਖਾਓ। ਸ਼ਰਾਬ, ਤਮਾਕੂ, ਭੰਗ ਕੋਈ ਵੀ ਨਸ਼ਾ ਨਾ ਵਰਤੋ। ਗੁਰਦੁਆਰੇ ਜਾਇਆ ਕਰੋ ਤੇ ਗੁਰਬਾਣੀ ਪੜ੍ਹਿਆ ਸੁਣਿਆ ਕਰੋ। ਗੁਰੂ ਭਲਾ ਕਰੇਗਾ। ਇੰਨੇ ਨੂੰ ਸਕੂਲ ਵਿੱਚੋਂ ਸਾਰੀ ਛੁੱਟੀ ਦਾ ਸਮਾਂ ਹੋ ਗਿਆ। ਸਾਰੇ ਵਿਦਿਆਰਥੀ ਖੁਸ਼ੀ-ਖੁਸ਼ੀ ਘਰਾਂ ਨੂੰ ਆ ਰਹੇ ਸਨ ਤੇ ਕਹਿ ਰਹੇ ਸਨ ਕਿ ਸਕੂਲ ਵਿੱਚ ਹੁਣ 4 ਛੁੱਟੀਆਂ ਹੋ ਗਈਆਂ ਹਨ। ਇਹ ਤਿੰਨੇ ਵਿਦਿਆਰਥੀ ਵੀ ਬਾਕੀ ਸਾਥੀਆਂ ਦੇ ਨਾਲ ਮਿਲ ਗਏ ਤੇ ਹੈਰਾਨ ਹੋਏ ਕਿ ਮਹਾਂਪੁਰਖਾਂ ਦੇ ਬਚਨ ਬੋਲ ਸੱਚ ਹੋਏ ਹਨ। ਇਸੇ ਤਰ੍ਹਾਂ ਇੱਕ ਵਾਰੀ 10 ਜੂਨ 1979 ਦੀ ਰਾਤ ਨੂੰ ਗਰਮੀ ਸਿਖਰਾਂ ਤੇ ਸੀ। ਹਵਾ ਵੀ ਕਿਸੇ ਪਾਸਿਓਂ ਨਹੀਂ ਸੀ ਚੱਲ ਰਹੀ। ਬਾਬਾ ਜੀ ਦੇ ਕੁਝ ਸ਼ਰਧਾਲੂਆਂ ਨੇ ਸਲਾਹ ਕੀਤੀ ਕਿ ਚਲੋ ਘੁੰਮਣੀ ਡੇਰੇ ਜਾ ਕੇ ਮਹਾਂਪੁਰਖਾਂ ਦੀ ਸੰਗਤ ਤੇ ਦਰਸ਼ਨ ਕਰੀਏ। ਇਹਨਾਂ ਸ਼ਰਧਾਲੂਆਂ ਵਿੱਚ ਪਿੰਡ ਕੋਟਲਾ ਚਾਲ ਦੇ ਜਥੇਦਾਰ ਬਲਵਿੰਦਰ ਸਿੰਘ, ਭਾਈ ਬਲਦੇਵ ਸਿੰਘ ਜੋ ਇਸ ਵੇਲੇ BSF ਵਿੱਚ ਨੌਕਰੀ ਕਰਦੇ ਨੇ, ਭਾਈ ਰਣਜੋਤ ਸਿੰਘ ਤੇ ਭਾਈ ਦਲਜੀਤ ਸਿੰਘ। ਸਾਥੀਆਂ ਨੇ ਸਲਾਹ ਕੀਤੀ ਕਿ ਅੱਜ ਅਸੀਂ ਆਪਣੀ ਮੌਜ ਵਿੱਚ ਉੱਚੀ ਗੀਤ ਗਾਉਂਦੇ ਹੋਏ ਹੀ ਜਾਣਾ ਹੈ। ਪਰ ਉਹਨਾਂ ਵਿੱਚੋਂ ਇੱਕ ਨੇ ਸਲਾਹ ਦਿੱਤੀ ਕਿ ਸੰਤਾਂ ਨੂੰ ਮਿਲਣ ਲਈ ਜਾਣਾ ਹੋਵੇ ਤਾਂ ਰਸਤੇ ਵਿੱਚ ਗੁਰਬਾਣੀ ਪੜ੍ਹਦੇ ਹੋਏ ਜਾਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਮਨਮਰਜ਼ੀ ਅਨੁਸਾਰ ਗੀਤ ਗਾਉਂਦੇ ਹੋਏ ਗਏ ਤਾਂ ਮਹਾਂਪੁਰਖਾਂ ਨੂੰ ਠੀਕ ਨਹੀਂ ਲੱਗੇਗਾ। ਹੋ ਸਕਦਾ ਹੈ ਉਹ ਸਾਨੂੰ ਵਾਪਸ ਭੇਜ ਦੇਣ ਤੇ ਸਾਨੂੰ ਦਰਸ਼ਨ ਵੀ ਨਾ ਹੋਣ। ਗੁਰਬਾਣੀ ਹੀ ਸਭ ਤੋਂ ਉੱਤਮ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਗਾਈਐ ਅਨੁਸਾਰ ਸਾਨੂੰ ਸਾਰਿਆਂ ਨੂੰ ਰਸਤੇ ਵਿੱਚ ਗੁਰਬਾਣੀ ਪੜ੍ਹਦੇ ਹੀ ਜਾਣਾ ਲਾਹੇਵੰਦ ਹੈ। 2 ਸਾਥੀਆਂ ਨੇ ਜਿੱਦ ਕੀਤੀ ਤੇ ਕਿਹਾ ਕਿ ਅਸੀਂ ਅੱਜ ਗੀਤ ਹੀ ਗਾਉਂਦੇ ਹੋਏ ਜਾਵਾਂਗੇ। ਵੇਖਾਂਗੇ ਭਲਾ ਸਾਨੂੰ ਬਾਬਾ ਜੀ ਦੇ ਦਰਸ਼ਨ ਹੋਣਗੇ ਜਾਂ ਨਹੀਂ। ਬਾਬਾ ਜੀ ਤਾਂ ਰਾਤ ਦੇ ਵੇਲੇ ਡੇਰੇ ਵਿੱਚ ਹੀ ਹੋਣਗੇ। ਨਾਲੇ ਵੇਖ ਲਵਾਂਗੇ ਕਿ ਭਲਾ ਬਾਬਾ ਜੀ ਸਾਡੇ ਦਿਲ ਦੀ ਗੱਲ ਬੁੱਝ ਕੇ ਸਾਨੂੰ ਬਿਨਾਂ ਦਰਸ਼ਨ ਦਿੱਤੇ ਵਾਪਸ ਭੇਜਦੇ ਨੇ ਕਿ ਨਹੀਂ। ਇਹ ਚਾਰੇ ਵਿਅਕਤੀ ਡੇਰੇ ਪਹੁੰਚੇ ਤੇ ਉਧਰ ਬਾਬਾ ਜੀ ਨੇ ਪਹਿਲਾਂ ਹੀ ਉੱਥੇ ਮੌਜੂਦ ਭਾਈ ਸਵਰਨ ਸਿੰਘ ਨੂੰ ਕਿਹਾ ਹੋਇਆ ਸੀ ਕਿ ਅੱਜ ਜੋ ਵੀ ਬਾਹਰਲੇ ਪਿੰਡ ਦਾ ਇੱਥੇ ਆਵੇ ਉਸ ਨੂੰ ਸਾਡੇ ਲਾਗੇ ਨਹੀਂ ਆਉਣ ਦੇਣਾ, ਵਾਪਸ ਮੋੜ ਦੇਣਾ। ਤੇ ਇਹ ਚਾਰੇ ਵਿਅਕਤੀ ਡੇਰੇ ਪਹੁੰਚੇ। ਸ਼ਰਧਾਲੂਆਂ ਨੇ ਬਥੇਰੇ ਤਰਲੇ ਕੀਤੇ ਪਰ ਸੇਵਾਦਾਰ ਨੇ ਇੱਕ ਨਾ ਮੰਨੀ। ਉਹਨਾਂ ਨੂੰ ਮੁੜਦੇ ਪੈਰੀ ਵਾਪਸ ਪਰਤਣਾ ਪਿਆ। ਸਾਰੇ ਹੈਰਾਨ ਸਨ ਕਿ ਮਹਾਂਪੁਰਖਾਂ ਨੇ ਸਾਡੇ ਮਨ ਦੀ ਗੱਲ ਬੁੱਝ ਲਈ ਹੈ ਤੇ ਸਾਨੂੰ ਦਰਸ਼ਨ ਦਿੱਤੇ ਬਿਨਾਂ ਹੀ ਵਾਪਸ ਮੋੜ ਦਿੱਤਾ ਹੈ। ਤੇ ਇਹ ਵਾਪਸ ਮੁੜ ਗਏ। ਸੂਏ ਦੇ ਪੁਲ ਤੇ ਆ ਕੇ ਬੈਠ ਗਏ। ਗਿਆਨੀ ਬਲਵਿੰਦਰ ਸਿੰਘ ਨੇ ਸਲਾਹ ਦਿੱਤੀ ਕਿ ਅਸੀਂ ਇੰਨੀ ਦੂਰੋਂ ਆਏ ਹਾਂ ਤੇ ਦਰਸ਼ਨ ਵੀ ਨਹੀਂ ਹੋਏ ਤੇ ਫਾਇਦਾ ਕੀ ਹੋਇਆ। ਚਲੋ ਫਿਰ ਬਾਬਾ ਜੀ ਦੇ ਡੇਰੇ ਚੱਲੀਏ ਤੇ ਅਰਦਾਸ ਕਰੀਏ ਕਿ ਸਾਡੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਸਾਡੇ ਉੱਪਰ ਤਰਸ ਕਰੋ, ਰਹਿਮ ਕਰੋ ਤੇ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਸਾਰਿਆਂ ਨੇ ਖੜੇ ਹੋ ਕੇ ਇਸੇ ਤਰ੍ਹਾਂ ਅਰਦਾਸ ਕੀਤੀ। ਜਪਜੀ ਸਾਹਿਬ ਦਾ ਪਾਠ ਪੜ੍ਹਿਆ ਗਿਆ। ਫਿਰ ਇਹ ਸਾਰੇ ਜਾਣੇ ਸਲਾਹ ਕਰਕੇ ਬਾਬਾ ਜੀ ਦੇ ਡੇਰੇ ਦੇ ਬਾਹਰ ਦਰਵਾਜ਼ੇ 'ਤੇ ਲੱਗੇ ਹੋਏ ਡੰਡੇ ਤੋਂ ਪਿੱਛੇ ਹੀ ਬੈਠ ਕੇ ਸਲਾਹ ਕੀਤੀ ਕਿ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਹੀ ਜਾਣਾ ਹੈ। ਦਰਸ਼ਨ ਕੀਤੇ ਬਿਨਾਂ ਵਾਪਸ ਨਹੀਂ ਜਾਣਾ ਅਤੇ ਦਰਸ਼ਨ ਵੀ ਤਾਂ ਕਰਨੇ ਹਨ ਜੇਕਰ ਬਾਬਾ ਜੀ ਸਾਨੂੰ ਆਪ ਬੁਲਾ ਕੇ ਆਵਾਜ਼ ਮਾਰਨਗੇ। ਬਾਬਾ ਜੀ ਦੇ ਬੁਲਾਵੇ ਤੋਂ ਬਿਨਾਂ ਅਸੀਂ ਅੰਦਰ ਵੀ ਨਹੀਂ ਜਾਣਾ। ਸਾਰੇ ਜਾਣੇ ਦਰਵਾਜ਼ੇ ਦੇ ਬਾਹਰ ਬੈਠ ਕੇ ਸੰਤਾਂ ਦੀ ਆਵਾਜ਼ ਦੀ ਉਡੀਕ ਕਰਨ ਲੱਗੇ। ਉਧਰ ਮਹਾਂਪੁਰਖਾਂ ਨੇ ਇੱਕ ਸ਼ਰਧਾਲੂ ਨੂੰ ਕਿਹਾ ਕਿ ਲੱਸੀ ਬਣਾਓ। ਲੱਸੀ ਬਣਾ ਕੇ ਅਰਦਾਸ ਕਰਕੇ ਇੱਕ ਬਾਟਾ ਲੱਸੀ ਦਾ ਬਾਬਾ ਜੀ ਨੂੰ ਦਿੱਤਾ ਗਿਆ। ਬਾਟਾ ਹੱਥ ਵਿੱਚ ਫੜ ਕੇ ਬਾਬਾ ਜੀ ਨੇ ਬਚਨ ਕੀਤਾ, ਕੋਟਲਾ ਚਾਲ ਤੋਂ ਕੁਝ ਮੁੰਡੇ ਆਉਂਦੇ ਹੁੰਦੇ ਸਨ, ਝਾਤੀ ਮਾਰੋ ਖਾਂ।
ਭਲਾ ਅੱਜ ਆਏ ਨੇ ਕਿ ਨਹੀਂ? ਲਾਗੇ ਬੈਠੇ ਇੱਕ ਆਦਮੀ ਨੇ ਕਿਹਾ, ਬਾਬਾ ਜੀ, ਕੋਟਲੇ ਵਾਲੇ ਮੁੰਡੇ ਆਏ ਹੋਏ ਸਨ ਪਰ ਚਲੇ ਗਏ ਹਨ। ਬਾਬਾ ਜੀ ਨੇ ਕਿਹਾ, ਉੱਠ ਕੇ ਬਾਹਰ ਝਾਤੀ ਮਾਰੋ। ਤਾਂ ਇੰਨੇ ਨੂੰ ਇੱਕ ਸ਼ਰਧਾਲੂ ਨੇ ਆਵਾਜ਼ ਦਿੱਤੀ, ਬਾਬਾ ਜੀ, ਕੋਟਲੇ ਵਾਲੇ ਇੱਥੇ ਹੀ ਹਨ ਜੀ। ਤਾਂ ਬਾਬਾ ਜੀ ਨੇ ਬਚਨ ਕੀਤਾ, ਉਹਨਾਂ ਨੂੰ ਆਵਾਜ਼ ਮਾਰੋ। ਚਾਰੇ ਸ਼ਰਧਾਲੂ ਅੰਦਰ ਗਏ, ਮਹਾਂਪੁਰਖਾਂ ਨੂੰ ਫਤਿਹ ਬੁਲਾਈ, ਦਰਸ਼ਨ ਕੀਤੇ, ਨਿਹਾਲ ਹੋਏ। ਬਾਬਾ ਜੀ ਨੇ ਬਚਨ ਕੀਤਾ, ਇਹ ਸਾਡੇ ਆਪਣੇ ਹਨ, ਇਹ ਜਦੋਂ ਵੀ ਆਉਣ ਇਹਨਾਂ ਨੂੰ ਨਹੀਂ ਮੋੜਨਾ। ਬਾਬਾ ਜੀ ਨੇ ਖੁਦ ਜਪਜੀ ਸਾਹਿਬ ਦਾ ਪਾਠ ਪੜ੍ਹਿਆ, ਉਪਰੰਤ ਬਚਨ ਕੀਤਾ ਕਿ ਗੁਰਬਾਣੀ ਉੱਚੀ ਪੜ੍ਹਨੀ ਚਾਹੀਦੀ ਹੈ ਤੇ ਸਿਮਰਨ ਦਿਲ ਵਿੱਚ ਕਰਨਾ ਚਾਹੀਦਾ ਹੈ। ਗੁਰਬਾਣੀ ਜਿੰਨੀ ਵੀ ਪੜ੍ਹੀ ਸੁਣੀ ਜਾਵੇ ਓਨੀ ਹੀ ਚੰਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।